Students, beta, today we are going to start the protection provisions of IPC on domestic violence and sexual violence against the women. Means violence ਆਪਾਂ ਪੜ੍ਹ ਲਿਆ ਹੈ ਕਿ ਔਰਤਾਂ ਦੇ ਲਈ ਕਿਹੜੀਆਂ ਵਾਇਲੈਂਸ ਯੂਜ਼ ਹੁੰਦੀਆਂ ਨੇ, ਕਿਹੜੇ ਟਾਈਪਸ ਹੁੰਦੇ ਨੇ, ਹੈ ਨਾ, ਅਤੇ ਕਿਹੜੀਆਂ ਉਹਦੀਆਂ ਸਟੇਜਿਸ ਹੈ। ਨਾਓ ਵੀ ਆਰ ਡਿਸਕਸਿੰਗ ਅਬਾਊਟ ਦੀ ਕਿ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ, ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇੰਡੀਅਨ ਪੀਨਲ ਕੋਡ ਨੇ ਜਾਂ ਸਾਡੇ ਹਾਈ ਕੋਰਟ ਨੇ, ਸੁਪਰੀਮ ਕੋਰਟ ਵਿੱਚ ਕਿਹੜੀਆਂ ਦਫਾਵਾਂ ਨੇ, ਜਿਹੜੀਆਂ ਦਫਾ ਲੱਗਦੀ ਹੁੰਦੀ ਹੈ ਨਾ, ਜਿਹਨੂੰ ਇੰਡੀਅਨ ਪੀਨਲ ਕੋਡ ਕੇ ਤਹਿਤ ਹੈ ਨਾ ਆਪਾਂ ਕਹਿੰਦੇ ਹਾਂ, ਤਾਂ ਉਹ ਕਿਹੜੀਆਂ ਪ੍ਰੋਟੈਕਸ਼ਨਸ ਨੇ, ਕਿਹੜੇ ਵਾਇਲੈਂਸ ਦੇ ਖਿਲਾਫ ਕਿਹੜੇ ਐਕਟ ਬਣੇ ਹੋਏ ਨੇ, ਅਤੇ ਉਹਨਾਂ ਐਕਟ ਦੇ ਵਿੱਚ ਕਿਹੜੀਆਂ ਸਜ਼ਾਵਾਂ ਜਾਂ ਪਨਿਸ਼ਮੈਂਟ ਦਿੱਤੀਆਂ ਜਾ ਸਕਦੀਆਂ ਨੇ, ਆਪਾਂ ਉਹਨਾਂ ਦੇ ਬਾਰੇ ਪੜ੍ਹਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਇੰਡੀਅਨ ਪੀਨਲ ਕੋਡ ਜਿਹੜਾ ਹੈਗਾ ਬੇਟਾ 1860 ਦੇ ਵਿੱਚ ਇਹ ਇੰਟਰੋਡਿਊਸ ਹੋਇਆ, 1860 ਦੇ ਵਿੱਚ ਆਇਆ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਬੇਟਾ, ਜਦੋਂ ਤੁਸੀਂ ਇਹਦੇ ਨੋਟਸ ਬਣਾਉਣੇ ਹੈ ਨਾ, ਨੋਟਸ ਦੇ ਵਿੱਚ ਬੇਟਾ ਤੁਸੀਂ ਕੀ ਕਰਨਾ ਕਿ ਇਹਦੇ ਵਿੱਚ ਜਿਹੜੀਆਂ ਵੀ ਮੈਂ ਆਰਟੀਕਲਸ ਦੱਸੂਗੀ ਨਾ, ਜਾਂ ਜਿਹੜੇ ਇੰਪੋਰਟੈਂਟ ਪਾਰਟਸ ਦੱਸੂਗੀ, ਜਾਂ ਜਿਹੜੇ ਵੀ ਅੰਡਰਲਾਈਨ ਕੀਤੇ ਹੋਣਗੇ, ਤੁਸੀਂ ਸਿਰਫ ਉਹ ਆਪਣੀ ਕਾਪੀ ਦੇ ਵਿੱਚ ਇੱਕ ਵਾਰ ਨੋਟ ਡਾਊਨ ਕਰਕੇ ਰੱਖਣੇ। ਠੀਕ ਹੈ, ਕਿਉਂਕਿ ਬਾਕੀ ਇਹਦੇ ਵਿੱਚ ਕੁਛ ਨਹੀਂ ਆਏਗਾ, ਬਸ ਤੁਹਾਨੂੰ ਇਹਦੇ ਵਿੱਚ ਇਹ ਆਏਗਾ ਕਿ ਕਿਹੜੀ ਜਿਹੜੀ ਚੀਜ਼ ਹੈ ਉਹਦੇ ਪਿੱਛੇ ਕਿਹੜੀ ਸਜ਼ਾ ਜਿਹੜੀ ਹੈਗੀ, ਕਿਹੜੀ ਦਫਾ ਜਾਂ ਇੰਡੀਅਨ ਪੀਨਲ ਕੋਡ ਦੀ ਕਿਹੜੇ ਐਕਟ ਹੈ ਜਿਹਦੇ ਤਹਿਤ ਇਹਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਸੋ ਵੀ ਆਰ ਸਟਾਰਟਿੰਗ ਕਿ ਸਾਡੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਰਾਈਟ ਟੂ ਇਕੁਆਲਿਟੀ ਦਿੱਤਾ ਗਿਆ ਹੈ ਨਾ, ਜਿਹੜੇ ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਆ ਉਹਨਾਂ ਨੇ ਪੜ੍ਹਿਆ ਹੋਊਗਾ। ਰਾਈਟ ਟੂ ਇਕੁਆਲਿਟੀ ਹੈ ਬੇਟਾ ਆਰਟੀਕਲ ਨੰਬਰ 14 ਤੋਂ ਲੈ ਕੇ 18 ਤੱਕ ਹੈ ਨਾ। ਆਰਟੀਕਲ 14 ਕਿਹਨੂੰ ਕਹਿੰਦਾ, ਇਕੁਅਲਿਟੀ ਬਿਫੋਰ ਦੀ ਲਾਅ, ਯਾਨੀ ਕਿ ਹਰ ਇੱਕ ਪਰਸਨ ਜਿਹੜਾ ਹੈਗਾ ਉਹ ਕੋਈ ਵੀ ਹੈ, ਚਾਹੇ ਕਿਸੇ ਵੀ ਰੰਗ, ਜਾਤੀ, ਧਰਮ ਅਤੇ ਨਸਲ ਦਾ ਹੋਵੇ, ਉਹ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਪੂਰੀ ਤਰ੍ਹਾਂ ਸਮਾਨ ਹੋਏਗਾ, ਇਕੁਅਲ ਹੋਏਗਾ, ਹੈ ਨਾ। ਉਸ ਤੋਂ ਬਾਅਦ ਆਉਂਦਾ ਹੈ 15th ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੇ ਨਾਲ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਏਗਾ, ਯਾਨੀ ਕਿ ਸੰਵਿਧਾਨ ਦੀ ਧਾਰਾ 15 ਕਹਿੰਦੀ ਹੈ ਕਿ ਉਹ ਵਿਅਕਤੀ, ਚਾਹੇ ਉਹ ਮਰਦ ਹੈ, ਚਾਹੇ ਉਹ ਔਰਤ ਹੈ, ਜਿਸਨੇ ਵੀ ਗੁਨਾਹ ਕੀਤਾ ਹੈ, ਤਾਂ ਹਰ ਕੋਈ ਜਿਹੜਾ ਹੈਗਾ ਉਹ ਇਕੁਅਲ ਹੋਏਗਾ, ਹੈ ਨਾ। ਉਸ ਤੋਂ ਬਾਅਦ ਆਉਂਦਾ ਬੇਟਾ ਇਕੁਅਲ ਓਪਰਚੁਨਿਟੀਜ਼ ਕਿ ਆਰਟੀਕਲ 16 ਦੇ ਵਿੱਚ ਦਿੱਤੀ ਗਈ ਹੈ ਕਿ ਹਰ ਇੱਕ ਵਿਅਕਤੀ ਨੂੰ ਇਕੁਅਲ ਓਪਰਚੁਨਿਟੀ ਮਿਲੇਗੀ, ਹੈ ਨਾ, ਕਿ ਕੋਈ ਵੀ ਚੀਜ਼ ਹੈ, ਚਾਹੇ ਉਹ ਕੋਈ ਜੋਬ ਹੈ, ਚਾਹੇ ਕੋਈ ਕੁਛ ਵੀ ਅਗਰ ਉਹਨੇ ਕਰਨਾ ਹੈ, ਤਾਂ ਸਭ ਦੇ ਲਈ ਇਕੁਅਲ ਓਪਰਚੁਨਿਟੀ ਦੀ ਵਿਵਸਥਾ ਕੀਤੀ ਗਈ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਤੁਹਾਡੇ ਇੰਡੀਅਨ ਕੋਡ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਡਾਇਰੈਕਟਿਵ ਪ੍ਰਿੰਸੀਪਲ ਆਫ ਦੀ ਸਟੇਟ ਪੋਲਿਸੀ ਵੀ ਦਿੱਤੇ ਗਏ ਨੇ, ਹੈ ਨਾ। ਅਤੇ ਉਸ ਤੋਂ ਬਾਅਦ ਆਉਂਦਾ ਹੈ ਬੇਟਾ ਕਿ ਡੋਰੀ ਡੈਥ ਪਤਾ ਨਾ ਕੀ ਹੁੰਦੀ ਹੈ। ਡੋਰੀ ਦਾ ਮਤਲਬ ਹੁੰਦਾ ਦਹੇਜ, ਕਿ ਦਹੇਜ ਦੇ ਕਾਰਨ ਅਗਰ ਕਿਸੇ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਖਿਲਾਫ ਸੈਕਸ਼ਨ 304 ਦੇ ਵਿੱਚ 304B ਜਿਹੜਾ ਹੈਗਾ ਉਹ ਲੱਗਦਾ। ਇਹਨੂੰ ਤੁਸੀਂ ਕਾਪੀ ਦੇ ਵਿੱਚ ਨੋਟ ਡਾਊਨਗੇ, ਡੋਰੀ ਡੈਥ ਸੈਕਸ਼ਨ ਕਿਹਦੇ ਵਿੱਚ ਲੱਗਦਾ ਹੈ, 304B ਦੇ ਅੰਡਰ ਲੱਗਦਾ ਹੈ। ਠੀਕ ਹੈ, ਔਰ ਇਹਦੇ ਲਈ ਕਿਹੜੀ ਪਨਿਸ਼ਮੈਂਟ ਹੈ, ਹੂ ਐਵਰ ਕਮਿਟਸ ਦ ਡੋਰੀ ਡੈਥ ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਮੈਂਟ ਫੋਰ ਦ ਟਰਮ ਐਂਡ ਵੀ ਸ਼ੈਲ ਬੀ ਨਾਟ ਬੀ ਲੈਸ ਦੈਨ 7 years ਬਟ ਵਿਚ ਮੇ ਬੀ ਐਕਸਟੈਂਡਡ ਟੂ ਦ ਇੰਪ੍ਰਿਜ਼ਮੈਂਟ ਆਫ ਦੀ ਲਾਈਫ। ਮਤਲਬ ਘੱਟ ਤੋਂ ਘੱਟ 7 ਸਾਲਾਂ ਦੀ ਸਜ਼ਾ, ਜਿਸ ਨੂੰ ਵਧਾ ਕੇ ਜਿਹੜਾ ਹੈਗਾ ਉਹ ਉਮਰ ਕੈਦ ਤੱਕ ਵੀ ਲੈ ਕੇ ਜਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਰੇਪ ਕੇਸਿਸ ਜਿਹੜੇ ਹੈਗੇ ਨੇ ਸੈਕਸ਼ਨ 375 ਦੇ ਅੰਡਰ ਆਉਂਦਾ ਹੈ। ਰੇਪ ਕੇਸਿਸ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਕਿ ਵਿਦ ਔਰ ਵਿਦਾਊਟ ਕੰਸਰਨ ਔਰਤ ਦੇ ਖਿਲਾਫ ਅਗਰ ਉਹਦੇ ਕੋਈ ਸੈਕਸ਼ੂਅਲ ਪਾਰਟ ਨੂੰ ਹਰਾਸ ਕਰਦਾ ਹੈ, ਚਾਹੇ ਉਹ ਰੇਪ ਕੇਸਿਸ ਜਿਹੜੇ ਹੈਗੇ ਨੇ ਉਹਦੇ ਖਿਲਾਫ ਕਿਹੜੀ ਸਜ਼ਾ ਹੁੰਦੀ ਹੈ, 375 ਦੇ ਵਿੱਚ ਲੱਗਦੀ ਹੈ। ਠੀਕ ਹੈ, ਔਰ ਪਨਿਸ਼ਮੈਂਟ ਫॉर ਦੀ ਰੇਪ ਦੇ ਵਿੱਚ ਸੈਕਸ਼ਨ 376 ਲੱਗਦਾ ਹੈ। ਸੈਕਸ਼ਨ 371(6) ਦੇ 1 ਪਾਰਟੀਕਲ ਦੇ ਵਿੱਚ ਕੀਤਾ ਗਿਆ ਹੈ ਕਿ ਪ੍ਰੋਵਾਈਡਸ ਫॉर ਦ ਪਨਿਸ਼ਮੈਂਟ ਆਫ ਰੇਪ ਐਜ਼ ਅਰੀਜੀਅਸ ਇੰਪ੍ਰਿਜ਼ਮੈਂਟ ਆਫ ਦੀ ਆਈਦਰ ਡਿਸਕ੍ਰਿਪਸ਼ਨ ਆਫ ਦ ਮਿਨੀਮਮ ਪੀਰੀਅਡਸ ਆਫ ਦ 7 year ਵਿਚ ਮੇ ਬੀ ਐਕਸਟੈਂਡਡ ਆਫ ਦੀ ਲਾਈਫ ਫॉर ਦ ਲਾਈਫ ਟਾਈਮ। ਮੀਨਸ ਇਹਦੇ ਵਿੱਚ ਵੀ ਕੀ ਹੈ, 7 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ, ਜਿਹੜੀ ਕਿ ਲਾਈਫ ਟਾਈਮ ਦੇ ਲਈ ਜਿਹੜਾ ਹੈਗਾ ਉਹ ਇੰਪ੍ਰਿਜ਼ਮੈਂਟ ਵਧਾਈ ਜਾ ਸਕਦੀ ਹੈ। ਸੈਕਸ਼ਨ 2 ਇਹਦਾ ਹੀ 376 ਦਾ ਸੈਕਸ਼ਨ 2 ਦੇ ਵਿੱਚ ਸਮ ਸਪੈਸ਼ਲ ਕੇਸਿਸ ਹਰ ਦ ਮਿਨੀਮਮ ਪੀਰੀਅਡ ਆਫ ਦ ਇੰਪ੍ਰਿਜ਼ਮੈਂਟ ਇਜ਼ 10 years, ਉਹਦੇ ਵਿੱਚ 7 ਹੈ। ਇਹਦੇ ਵਿੱਚ ਕਿ ਕੁਝ ਕੇਸਿਸ ਜਿਹੜੇ ਹੈਗੇ ਨੇ ਉਹਦੇ ਵਿੱਚ ਸਜ਼ਾ 10 ਸਾਲ ਦੇ ਲਈ ਹੈ, ਵਿਚ ਮੇ ਬੀ ਫਰਦਰ ਐਕਸਟੈਂਡ ਫॉर ਦੀ ਇੰਪ੍ਰਿਜ਼ਮੈਂਟ ਆਫ ਦੀ ਲਾਈਫ ਵਿਚ ਮੇ ਬੀ ਲਾਈਬਲ ਔਨ ਦ ਫਾਈਨ, ਕਿ ਇਹਦੇ ਵਿੱਚ ਕੀ ਹੈ ਕਿ ਫਾਈਨ ਵੀ ਵਧਾਇਆ ਜਾ ਸਕਦਾ ਹੈ, 7 ਤੋਂ 10 ਸਾਲ ਵੀ ਕੀਤੇ ਜਾ ਸਕਦੇ ਨੇ, ਅਤੇ ਉਸ ਤੋਂ ਬਾਅਦ ਕੀ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਲਾਈਫ ਟਾਈਮ ਦੀ ਇੰਪ੍ਰਿਜ਼ਮੈਂਟ ਵੀ ਦਿੱਤੀ ਜਾ ਸਕਦੀ ਹੈ।
उस तो बाद है पनिशमेंट फॉर कॉजिंग डेथ फॉर रिजल्टिंग द प्रेजिस्टेंस एंड वेजिटेटिव एंड स्टेट ऑफ द विक्टिम आर्टिकल 370 ए। एक मिनट बेटा होल्ड डाउन। then उस तो बाद बेटा आंदा है however commits for the offence of the punishment under the subsections number 1 or subsection number 2 section 376 or the course of the such commission of the inflicted injury with the causes of death of the woman cause of woman to be a imprisonment and a veggie। ਇਹਦੇ ਵਿੱਚ ਬੇਟਾ ਆਏਗਾ ਕਿ ਇਹਦੇ ਵਿੱਚ 370 ਏ ਕਦੋਂ ਲੱਗਦੀ ਹੈ ਜਦੋਂ ਕੋਈ ਔਰਤ ਜਿਹੜੀ ਹੈਗੀ ਹੈ ਉਹ ਡੈਥ ਕਮਿਟ ਕਰਦੀ ਹੈ ਇਹਨਾਂ ਰੇਪ ਕੇਸਿਸ ਦੇ ਵਿੱਚ। ਸੈਕਸ਼ੂਅਲ intercourse by the husband upon his wife and during the separation means however he has sexual intercourse with her own wife who is living separately whether they are under the decree of the separations of otherwise without or without her consent। मतलब ਜਦੋਂ ਹਸਬੈਂਡ ਜਿਹੜਾ ਹੈਗਾ ਜਿਹੜੀ ਵਾਈਫ ਉਹ ਤੋਂ ਸੈਪਰੇਟ ਰਹਿ ਰਹੀ ਹੈ ਅਗਰ ਉਹ ਉਹਦੇ ਨਾਲ ਇਸ ਤਰ੍ਹਾਂ ਦੀ ਸੈਕਸ਼ੂਅਲ ਕਮਿਟ ਕਰਦਾ ਹੈ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਆਰਟੀਕਲ ਕਿਹੜਾ ਲੱਗਦਾ ਹੈ 376 ਬੀ ਲੱਗਦਾ ਹੈ। ਠੀਕ ਹੈ ਉਸ ਤੋਂ ਬਾਅਦ ਆਉਂਦਾ 376 ਸੀ ਕਦੋਂ ਲੱਗਦਾ ਹੈ ਇਨ ਦ ਪੋਜੀਸ਼ਨਸ ਆਫ ਆਈਦਰ ਦਾ ਮੀਨਸ ਰਿਲੇਸ਼ਨਸ਼ਿਪ ਔਰ ਦ ਪਬਲਿਕ ਸਰਵੈਂਟ। ਠੀਕ ਹੈ ਸੁਪਰੀਮੈਂਟ ਆਫ ਦੀ ਮੈਨੇਜਰਸ ਆਫ ਦੀ ਜੇਲ ਹਨਾ ਰਿਮਾਂਡੇਬਲ ਹੋਮ ਐਂਡ ਅਦਰ ਪਲੇਸਿਸ ਆਫ ਦ ਕੰਸਰੀ। ਇਹਦੇ ਵਿੱਚ ਕੀ ਹੈ ਕਿ ਅਗਰ ਇਹੋ ਜਿਹੀ ਜਗ੍ਹਾ ਦੇ ਉੱਤੇ ਉਹਦੇ ਉੱਤੇ ਰੇਪ ਕਮਿਟ ਹੁੰਦਾ ਹੈ ਦੈਨ ਉਹਦੇ ਖਿਲਾਫ ਜਿਹੜੀ ਆਰਟੀਕਲ ਹੈ 376 ਲਗਾਇਆ ਜਾਂਦਾ ਹੈ। ਇਹਦੇ ਲਈ ਬੇਟਾ ਆਪਾਂ ਨੂੰ ਪ੍ਰੋਟੈਕਸ਼ਨ ਦੇ ਲਈ ਸਮਝਣ ਦੇ ਲਈ ਆਪਾਂ ਨੂੰ ਅਗਰ ਮੈਂ ਇੱਥੇ ਗੱਲ ਕਰਾਂ ਉਸ ਤੋਂ ਬਾਅਦ ਆਉਂਦਾ ਹੈ ਬੱਚੇ ਸਾਡਾ ਗੈਂਗ ਰੇਪ ਹੈ ਨਾ ਜਦੋਂ ਇੱਕ ਤੋਂ ਵੱਧ ਕੇ ਜਿਹੜਾ ਹੈ ਇੱਕ ਮਰਦ ਤੋਂ ਲੈ ਕੇ ਵੱਧ ਪੁਰਸ਼ਾਂ ਦੇ ਪੁਰਸ਼ ਜਿਹੜੇ ਹੈਗੇ ਨੇ ਇੱਕ ਔਰਤ ਦੇ ਨਾਲ ਰੇਪ ਕਮਿਟ ਕਰਦੇ ਨੇ ਤਾਂ ਉਹਦੇ ਲਈ ਕੀ ਹੈ ਆਰਟੀਕਲ 376 ਡੀ ਦੇ ਅਕੋਰਡਿੰਗਲੀ ਸਜ਼ਾ ਦਿੱਤੀ ਜਾਂਦੀ ਹੈ ਨਾ। ਇਹਦੇ ਲਈ ਕੀ ਹੈ 7 ਸਾਲ ਦੀ ਸਜ਼ਾ ਜਾਂ 10 ਸਾਲ ਦੀ ਸਜ਼ਾ ਜਾਂ ਇਸ ਤੋਂ ਵੱਧ ਕੇ ਵੀ ਜਿਹੜਾ ਹੈਗਾ ਹੋ ਸਕਦੀ ਹੈ ਔਰ ਇਟ ਨਾਟ ਬੀ ਸ਼ੈਲ ਨਾਟ ਬੀ ਲੈਸ ਦੈਨ 20 ਈਅਰਸ 20 ਸਾਲ ਤੋਂ ਘੱਟ ਜਿਹੜੀ ਹੈਗੀ ਉਹ ਸਜ਼ਾ ਨਹੀਂ ਦੇ ਸਕਦੀ ਜਿਸ ਨੂੰ ਵੀ ਅੱਗੇ ਵੀ ਐਕਸਟੈਂਡ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ। ਪਨਿਸ਼ਮੈਂਟ ਫॉर द रिपीट offenders 376E however has been provisionally convicted of the offence of the punishment under the 376 or section 376A or section 376D ਅਗਰ ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਕੀਤਾ ਜਾਂਦਾ ਹੈ ਤਾਂ ਉਹਦੇ ਲਈ ਕੀ ਹੈ 376E ਜਿਹੜਾ ਹੈਗਾ ਉਹ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ crucially by the husband or relatives of the husband ਅਗਰ ਹਸਬੈਂਡ ਔਰ ਹਸਬੈਂਡ ਦੇ ਰਿਲੇਟਿਵਸ ਜਿਹੜੇ ਹੈਗੇ ਨੇ ਉਹ ਔਰਤ ਦੇ ਨਾਲ ਰੇਪ ਕਮਿਟ ਕਰਦੇ ਨੇ ਤਾਂ ਉਹਦੇ ਲਈ ਕੀ ਹੈ ਸੈਕਸ਼ਨ 498 ਇਹ ਜਿਹੜਾ ਹੈਗਾ ਉਹ ਲਗਾ ਕੇ ਔਰਤ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ। offence of the acts of the songs section 292 however does anyone offence act any public places ਅਗਰ public places ਦੇ ਉੱਤੇ ਕੋਈ ਗੰਦੇ ਅਸ਼ਲੀਲ ਗਾਣੇ ਜਿਹੜਾ ਹੈਗਾ ਉਹ ਔਰਤ ਨੂੰ ਵਾਇਲੇਟ ਕਰ ਰਿਹਾ ਹੈ ਤਾਂ ਉਹਦੇ ਲਈ ਕੀ ਹੈ ਆਰਟੀਕਲ 394 ਹੈ। ਠੀਕ ਹੈ ਉਸ ਤੋਂ ਬਾਅਦ ਹੈ however absolute of the uses criminals force of any woman's intending the outrage of the knowledge it may be likely that he will be sorry ਉਹਦੇ ਲਈ ਕੀ ਹੈ 354 ਹੈ। ਠੀਕ ਹੈ ਹਰਟ ਔਰ ਗ੍ਰੀਵੀਅਸ ਹਰਟ ਆਫ ਦੀ ਪ੍ਰੋਵੀਜ਼ਨਸ ਉਹਦੇ ਲਈ ਕੀ ਹੈ 392 326 ਹੈ। ਠੀਕ ਹੈ ਇਹਦੇ ਵਿੱਚ ਬੇਟਾ ਜਿਹੜੇ ਆਰਟੀਕਲਸ ਨੇ ਤੁਸੀਂ ਇਹੀ ਲਰਨ ਕਰਨੇ ਨੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ। ਇਹਦੇ ਵਿੱਚ ਕੀ ਹੈ ਵੋਲੰਟਰੀਲੀ ਕਾਜ਼ਿੰਗਸ ਆਫ ਹਰਟ ਇਹਦੇ ਲਈ ਸੈਕਸ਼ਨ 323 ਲੱਗਦਾ ਹੈ। ਇੰਪ੍ਰਿਜ਼ਨਮੈਂਟ 1 ਸਾਲ ਦੀ ਹੁੰਦੀ ਹੈ ਔਰ 1 ਸਾਲ 1000 ਜਿਹੜਾ ਹੈਗਾ ਉਹ ਦੋਨਾਂ ਦੇ ਉੱਤੇ ਫਾਈਨ ਲੱਗਦਾ ਹੈ। ਵੋਲੰਟਰੀ ਕਾਜ਼ਿੰਗ ਆਫ ਹਰਟ ਬਾਈ ਦ ਡੇਂਜਰਸ ਮੀਨਸ ਆਫ ਵੈਪਨਸ ਅਗਰ ਵੈਪਨਸ ਦੇ ਥਰੂ ਯੂਜ਼ ਕੀਤਾ ਜਾਂਦਾ ਤਾਂ 324 ਔਰ 325 ਲੱਗਦਾ ਜਿਹਦੇ ਵਿੱਚ 3 ਸਾਲ ਦੀ ਸਜ਼ਾ ਔਰ ਇਹਦੇ ਵਿੱਚ 7 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਉਹ ਲੱਗਦੀ ਹੈ। ਇਹਦੇ ਵਿੱਚ ਬੇਟਾ ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਹੈ ਮੈਂ ਤੁਹਾਨੂੰ ਇਹਦੇ ਵਿੱਚ ਸੈਂਡ ਕਰ ਦੂੰਗੀ ਜਿਹਦੇ ਵਿੱਚ ਜਿਹੜਾ ਹੈਗਾ ਤੁਹਾਨੂੰ मतलब समझ आ जाएगा। ठीक है पूरा ऑब्जेक्टिव टाइप क्वेश्चन है वो मैं ਤੁਹਾਨੂੰ ਸੈਂਡ ਕਰ ਦੂੰਗੀ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਕਾਜ਼ਿੰਗ ਮਿਸਕੈਰੇਜ ਮਤਲਬ ਹੁੰਦਾ ਹੈ ਜਦੋਂ ਔਰਤ ਆਪਣਾ ਬੱਚਾ ਗਿਰਾ ਦਿੰਦੀ ਹੈ ਜਾਂ ਉਸ ਨੂੰ ਫੋਰਸ ਕੀਤਾ ਜਾਂਦਾ ਹੈ ਜਾਂ ਕੋਈ ਇਹੋ ਜਿਹੇ ਸਰਕਮਸਟੈਂਸਿਸ ਪੈਦਾ ਕੀਤੇ ਜਾਂਦੇ ਨੇ ਜਿਹਦੇ ਕਰਕੇ ਜਿਹੜਾ ਔਰਤ ਹੈ ਉਹਦਾ ਜਿਹੜਾ ਬੱਚਾ ਹੈ ਉਹ ਨਹੀਂ ਰਹਿੰਦਾ ਦੁਨੀਆ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ। ਠੀਕ ਹੈ ਸੋ ਕਾਜ਼ਿੰਗ ਆਫ ਮਿਸਕੈਰੇਜ ਜਿਹੜਾ ਹੈਗਾ ਉਹਦੇ ਲਈ ਸੈਕਸ਼ਨ 312 ਲੱਗਦਾ ਹੈ 312। ਠੀਕ ਹੈ ਕਾਜ਼ਿੰਗ ਆਫ ਮਿਸਕੈਰੇਜ ਵਿਦਾਊਟ
ਵਿਦਆਊਟ ਵੂਮਨ ਕੰਸਰਨ, ਵੂਮਨ ਦੀ ਕੰਸਰਨ ਤੋਂ ਬਿਨਾਂ ਅਗਰ ਉਹਦਾ ਮਿਸਕੈਰੇਜ ਕਰਵਾਇਆ ਜਾਂਦਾ ਦੈਟ ਇਜ਼ 313। ਠੀਕ ਹੈ, ਡੈਥ ਕੌਜ਼ਡ ਬਾਈ ਦ ਐਕਟ ਡਨ ਵਿਦ ਦ ਇੰਟੈਂਸ ਆਫ ਦ ਕੌਜ਼ ਆਫ ਮਿਸਕੈਰੇਜ, ਅਗਰ ਉਹਦੀ ਡੈਥ ਜਿਹੜੀ ਹੋ ਜਾਂਦੀ ਹੈ ਮਿਸਕੈਰੇਜ ਦੇ ਥਰੂ ਤਾਂ ਉਹਦੇ ਲਈ ਸੈਕਸ਼ਨ 314 ਲੱਗਦਾ ਹੈ। ਸੋ ਦੇਰ ਆਰ ਦ ਡਿਫਰੈਂਟ ਟਾਈਪ ਆਫ ਦੀ ਕੌਜ਼ਸ ਜਿਹਦੇ ਦੇ ਵਿੱਚ ਕੀ ਹੈ ਜਿਹੜਾ ਹੈਗਾ ਪਰਸਨ ਜਿਹੜਾ ਹੈਗਾ ਉਹਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਸਜ਼ਾਵਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾਂਦੀਆਂ ਨੇ। ਠੀਕ ਹੈ, ਇਹਦੇ ਵਿੱਚ ਬੇਟਾ ਮੈਂ ਆਬਜੈਕਟਿਵ ਟਾਈਪ ਕੁਐਸਚਨਸ ਹੈ, ਮੈਂ ਤੁਹਾਨੂੰ ਨਿਸ਼ਾਨ ਲਗਾ ਕੇ ਦੇ ਦੂੰਗੀ, ਤੁਸੀਂ ਇਹਨਾਂ ਦੇ ਵਿੱਚ ਹੀ ਇਹੀ ਲਰਨ ਕਰਨੇ ਨੇ। ਠੀਕ ਹੈ, ਬਾਕੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਪ੍ਰੋਟੈਕਸ਼ਨਸ ਲਾਅ ਫॉर ਦੀ ਵੂਮਨਸ ਇਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ।